कि वीजा वा जिहड़ा वीजा ऑफिसर ने देना वा ना कि एजेंट ने देना वा। उत्थे एजेंट की कोई भी डिस्क्रिप्शन नहीं आती हैगी। इस इंडस्ट्री दे विच फ्रॉड जां रोंग डाटा इंटरप्रिटेशन बहुत ज्यादा की जाती है। मंथली ਉਹਦਾ 4 ਜਾਂ 500 ਵੀਜ਼ਾ ਲਗਾਉਂਦਾ ਵਾ, ਉਸ ਦੇ ਵਿੱਚ ਉਹਨੂੰ 40 ਵੀਜ਼ਾਸ ਆਉਂਦੇ ਨੇ, ਤਾਂ ਇਸ ਦਾ ਮਤਲਬ ਕੀ ਹੈ ਉਹਦਾ ਸਕਸੈਸ ਰੇਸ਼ੋ ਸਿਰਫ ਔਰ ਸਿਰਫ 10%। ਸੋ ਬਿਨਾ ਆਇਲਸ ਤੋਂ ਕਿ ਵਾਕਈ ਕਿਸੇ ਵੀ ਤਰੀਕੇ ਨਾਲ ਜਾ ਸਕਦਾ ਹੈ ਕੈਨੇਡਾ ਜਾਂ ਯੂਕੇ ਦੇ ਵਿੱਚ। ਜਦੋਂ ਬੱਚਾ ਇੰਡੀਆ ਦੇ ਵਿੱਚ ਹੁੰਦਾ ਵਾ, ਉਹ ਆਪਣੇ ਕੈਰੀਅਰ ਨੂੰ ਲੈ ਕੇ ਬਹੁਤ ਜ਼ਿਆਦਾ ਅਗਰੈਸ਼ਨ ਦੇ ਵਿੱਚ ਹੁੰਦਾ ਵਾ। ਜਦੋਂ ਉਸ ਬੱਚੇ ਨੇ ਬਾਹਰ ਜਾਣਾ ਹੁੰਦਾ ਵਾ ਤਾਂ ਉਹ ਇਹ ਸੋਚਦਾ ਵੀ ਏਜੰਟ ਹੀ ਸਾਰਾ ਕੁਝ ਕਰੂਗਾ, ਕਿ ਮੈਨੂੰ ਉੱਥੇ ਵਰਕ ਪਰਮਿਟ ਮਿਲੂਗਾ ਜਾਂ ਨਹੀਂ ਮਿਲੂਗਾ। ਕਿ ਕਿਹੜੇ ਜੈਨੂਇਨ ਸਵਾਲ ਨੇ ਜੋ ਬੱਚਿਆਂ ਨੂੰ ਪੁੱਛਣੇ ਚਾਹੀਦੇ ਨੇ ਉਸ ਏਜੰਟ ਤੋਂ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ ਵਾਕਈ ਜੈਨੂਇਨ ਹੈ ਜਾਂ ਇੱਕ ਫਰਾਡ। ਮੇਨ ਰਿਫਿਊਜ਼ਲ ਦੇ ਰੀਜ਼ਨ ਕੀ ਨੇ? ਕਈ ਵਾਰ ਸਾਨੂੰ ਐਡਵਰਟਾਈਜ਼ਮੈਂਟ ਕਾਲਸ ਆ ਰਹੀਆਂ ਨੇ ਕਿ ਤੁਸੀਂ ਆ ਜਾਓ ਆਪਣੇ ਪੈਸੇ ਲੈ ਕੇ। ਜਿਵੇਂ ਅੱਜ ਮੈਨੂੰ ਵੀ ਕਾਲ ਆਈ ਸੀ ਕਿ ਤੁਸੀਂ ਆਪਣੇ 3 ਲੱਖ ਰੁਪਏ ਲੈ ਕੇ ਆਓ, ਡਾਕੂਮੈਂਟ ਵੈਰੀਫਾਈ ਕਰਵਾਓ ਤੇ ਅਸੀਂ ਤੁਹਾਨੂੰ ਵੀਜ਼ਾ ਜਿਹੜਾ ਦੇ ਦਾਂਗੇ। ਉਹ ਜੋਬ ਕਰਨੀ ਚਾਹੀਦੀ ਹੈ ਜਿਸ ਦੇ ਵਿੱਚ ਤੁਹਾਡੀ ਜਿਹੜੀ ਬੇਸਿਕ ਸੈਲਰੀ ਆ ਉਹ ਇਨ ਕਾਊਂਟ ਆਣੀ ਚਾਹੀਦੀ ਹੈ ਤੁਹਾਡੇ ਕੋਲ। ਬੇਸਿਕਲੀ ਕੰਟਰੈਕਟ ਮੈਰਿਜ ਕਿਉਂ ਕੀਤੀ ਜਾਂਦੀ ਹੈ? ਕੰਟਰੈਕਟ ਮੈਰਿਜ ਡਿਊ ਟੂ ਫਾਈਨੈਂਸ਼ੀਅਲ ਇਸ਼ੂ ਕਰਕੇ ਕੀਤੀ ਜਾਂਦੀ ਹੈ। ਐਕਸਪ੍ਰੈਸ ਐਂਟਰੀ ਹੁੰਦੀ ਕੀ ਹੈ, ਕਿਸ ਤਰ੍ਹਾਂ ਉੱਤੇ ਅਪਲਾਈ ਕੀਤਾ ਜਾ ਸਕਦਾ ਹੈ ਤੇ ਕੀ ਰਿਕੁਆਇਰਮੈਂਟਸ ਹੁੰਦੀਆਂ ਹਨ? ਕਿਸੇ ਅਦਰ ਵੱਡੀ ਸਿਟੀਜ਼ ਦੇ ਵਿੱਚ ਜਾਂਦੇ ਹੋ ਤਾਂ ਵੱਡੀ ਸਿਟੀਜ਼ ਦੇ ਵਿੱਚ ਤੁਹਾਡੇ ਐਟ ਲੀਸਟ 4-5 ਵਿਜ਼ਿਟ ਹੋਣਗੀਆਂ। ਕਿ ਤੁਸੀਂ ਵੀ ਕੈਨੇਡਾ ਤੇ यूके ਜਾ ਕੇ ਸਟੱਡੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਵਰਕ ਪਰਮਿਟ ਤੇ ਕੰਮ ਕਰਨਾ ਚਾਹੁੰਦੇ ਹੋ? ਵੈਲ ਐਸੇ ਬਹੁਤ ਸਾਰੇ ਸਵਾਲ ਤੁਸੀਂ ਬਹੁਤ ਸਾਰੀ ਐਡਵਰਟਾਈਜ਼ਮੈਂਟਸ ਦੇ ਵਿੱਚ, ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਸਟਾਰਟਿੰਗ ਦੇ ਵਿੱਚ ਸੁਣੇ ਹੋਣੇ, ਜਿਵੇਂ ਕਿ ਮੈਂ ਇਸ ਟਾਈਮ ਤੁਹਾਨੂੰ ਦੱਸ ਰਹੀ ਹਾਂ ਤੇ ਤੁਹਾਨੂੰ ਲੱਗ ਰਿਹਾ ਹੋਣਾ ਕਿ ਮੈਂ ਆਪਣੇ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਕੈਨੇਡਾ ਲਿਜਾਉਣ ਦੇ, यूके ਲਿਜਾਉਣ ਦੇ ਪ੍ਰੋਮਿਸ ਕਰਨ ਵਾਲੀਆਂ ਜਾਂ ਤੁਹਾਨੂੰ ਕਹਿਣ ਵਾਲੀਆਂ ਕਿ ਤੁਸੀਂ ਇੱਥੇ ਆਓ ਤੇ ਇੱਥੇ ਆਪਣਾ ਜਿਹੜਾ ਵੀਜ਼ਾ ਅਪਲਾਈ ਕਰੋ ਤੇ ਇੱਥੇ ਆ ਕੇ ਤੁਹਾਡਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ 100% ਮਿਲੇਗਾ। ਵੈਲ ਐਸਾ ਕੁਝ ਨਹੀਂ ਹੈ। ਇਸ ਇੰਟਰਵਿਊ ਦੇ ਵਿੱਚ, ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਔਰ ਸਿਰਫ ਗੱਲ ਕਰਾਂਗੇ ਫੈਕਟਸ ਬਾਰੇ। ਅਸੀਂ ਗੱਲ ਕਰਾਂਗੇ ਉਹਨਾਂ ਸਵਾਲਾਂ ਬਾਰੇ ਜੋ ਬੱਚਿਆਂ ਦੇ ਮਨ ਵਿੱਚ ਹੁੰਦੇ ਨੇ। ਅਸੀਂ ਗੱਲ ਕਰਾਂਗੇ ਉਹਨਾਂ ਫਰਾਡਸ ਬਾਰੇ ਜੋ ਬੱਚਿਆਂ ਨੂੰ ਕਹਿੰਦੇ ਨੇ ਕਿ ਆਪਣੇ 3 ਲੱਖ ਲੈ ਕੇ ਆਓ, 5 ਲੱਖ ਲੈ ਕੇ ਆਓ ਤੇ ਅਸੀਂ ਤੁਹਾਡਾ ਵੀਜ਼ਾ ਜਿਹੜਾ ਵਾ ਉਹ ਲਿਆ ਕੇ ਦਵਾਂਗੇ ਤੁਹਾਨੂੰ। ਅੱਧੀ ਪੇਮੈਂਟ ਪਹਿਲਾਂ ਕਰੋ, ਅੱਧੀ ਪੇਮੈਂਟ ਬਾਅਦ ਵਿੱਚ ਕਰੋ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਵਾਅਦੇ ਨੇ ਉਹ ਕੀਤੇ ਜਾਂਦੇ ਨੇ। ਬਿਕੋਜ਼ ਇਹ ਜਿਹੜੀ ਇੰਡਸਟਰੀ ਹੈ ਨਾ, ਵੀਜ਼ਾ ਇੰਡਸਟਰੀ ਜਿਹੜੀ ਹੈ ਜਾਂ ਫਿਰ ਇਮੀਗ੍ਰੇਸ਼ਨ ਇੰਡਸਟਰੀ ਜਿਹੜੀ ਹੈ ਨਾ, ਦਿਨੋਂ ਦਿਨ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਅਫਕੋਰਸ ਇਨ ਪੰਜਾਬ ਸਪੈਸ਼ਲੀ, ਜਿੱਥੇ ਹਰ ਕੋਈ ਬਾਹਰ ਜਾਣ ਦੇ ਸੁਪਨੇ ਵੇਖਦਾ, ਹਰ ਕੋਈ ਸੋਚਦਾ ਹੈ ਕਿ ਫੈਮਿਲੀ ਦਾ ਐਟਲੀਸਟ ਇੱਕ ਮੈਂਬਰ ਤਾਂ ਬਾਹਰ ਹੋਵੇ ਤੇ ਬਾਕੀਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਹੋਰ ਵੀ ਜ਼ਿਆਦਾ ਸੁਧਰ ਜਾਏਗੀ। ਵੈਲ ਅਗਰ ਤੁਹਾਡੀ ਫੈਮਿਲੀ ਦੇ ਵਿੱਚ ਵੀ ਕੋਈ ਐਸਾ ਹੈ, ਤੁਸੀਂ ਵੀਜ਼ਾ ਜਿੱਥੇ ਮਰਜ਼ੀ ਅਪਲਾਈ ਕਰ ਸਕਦੇ ਹੋ। ਲੇਕਿਨ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਸਹੀ ਜਵਾਬ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਨੇ, ਜੋ ਕਿ ਤੁਹਾਨੂੰ ਅੱਜ ਦੀ ਸਾਡੇ ਇਸ ਇੰਟਰਵਿਊ ਦੇ ਵਿੱਚ ਮਿਲਣਗੇ। ਸਤਿ ਸ਼੍ਰੀ ਅਕਾਲ, ਮੈਂ ਪੂਨਮ ਚੌਧਰੀ ਤੇ ਮੇਰੀ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਅਸੀਂ ਗੱਲ ਕਰਾਂਗੇ ਟ੍ਰਾਈਬ ਇਮੀਗ੍ਰੇਸ਼ਨ ਤੋਂ ਕਮਲ ਗਰਗ ਦੇ ਨਾਲ, ਜੋ ਕਿ ਇਸ ਵਕਤ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਉਸ ਤੋਂ ਬਾਅਦ ਤੁਹਾਡੀ ਚੁਆਇਸ ਹੈ ਕਿ ਤੁਸੀਂ ਆਪਣਾ ਜਿਹੜਾ ਵੀਜ਼ਾ ਹੈ ਕਿਹੜੇ ਕੰਸਲਟੈਂਟ ਤੋਂ ਤੇ ਕਿਵੇਂ ਅਪਲਾਈ ਕਰਵਾਉਣਾ ਹੈ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਤੁਹਾਡਾ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਸੋ ਜਿਵੇਂ ਕਿ ਮੈਂ ਦੱਸਿਆ ਕਿ ਜਿਹੜੇ ਇਮੀਗ੍ਰੇਸ਼ਨ ਜਿਹੜੀ ਹੈ ਇੰਡਸਟਰੀ ਉਹ ਦਿਨੋਂ ਦਿਨ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਇਹਦੀ ਸਕਸੈਸ ਰੇਟ ਵੀ ਬਹੁਤ ਜ਼ਿਆਦਾ ਹੈ, ਇਹਦੇ ਵਿੱਚ ਫਰਾਡ ਵੀ ਬਹੁਤ ਜ਼ਿਆਦਾ ਹੈ। ਤੇ ਕੋਈ ਚੀਜ਼ ਜਦੋਂ ਇੰਨੀ ਜ਼ਿਆਦਾ ਵੱਧਦੀ ਹੈ ਨਾ, ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਉਸ ਇੰਡਸਟਰੀ ਦੇ ਵਿੱਚ ਫਰਾਡ ਕਰਨ ਵਾਲੇ ਲੋਕ ਵੀ ਇਨਵੋਲਵ ਹੋ ਗਏ। ਬਿਕੋਜ਼ ਜੈਨੂਇਨਲੀ ਇੰਨੇ ਜ਼ਿਆਦਾ ਵੀਜ਼ਾ ਜਿਹੜੇ ਨੇ ਸਕਸੈਸ ਕਰਵਾਣੇ, ਬਿਕੋਜ਼ ਰਿਫਿਊਜ਼ਲ ਰੇਟ ਪਿਛਲੇ 4 ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੇ ਉਹਦੇ ਬਹੁਤ ਸਾਰੇ ਰੀਜ਼ਨਸ ਵੀ ਨੇ, ਲੇਕਿਨ ਲੋਕਾਂ ਨੂੰ ਨਹੀਂ ਪਤਾ। ਸੋ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਰਿਫਿਊਜ਼ਲ ਜਿਹੜੇ ਆਉਂਦੇ ਨੇ ਵੀਜ਼ਾ ਦੇ, ਉਹਦਾ ਮੇਨ ਰੀਜ਼ਨ ਕੀ ਹੁੰਦਾ ਹੈ? ਮੇਨ ਰੀਜ਼ਨ ਉਸ ਦੇ ਵਿੱਚ ਨਾ 3 ਜਾਂ 4 ਪੁਆਇੰਟਸ ਨੇ। ਬੇਸਿਕਲੀ ਫਰਸਟ ਪੁਆਇੰਟ ਕੀ ਆ, ਨਾ ਤਾਂ ਬੱਚੇ ਨੂੰ ਉਸ ਚੀਜ਼ ਬਾਰੇ ਨਹੀਂ ਸਮਝ ਹੁੰਦੀ ਆ ਵੀ ਮੈਂ ਜਿਹੜੀ ਚੀਜ਼ ਜਾਂ ਡਾਕੂਮੈਂਟ ਜਿਹੜੇ ਵੀ ਅਪਲਾਈ ਕਰ ਰਿਹਾ ਵਾ ਕੀ ਉਹ ਐਕਚੁਅਲ ਦੇ ਵਿੱਚ ਹੈ ਜੀ ਜਾਂ ਵੀ ਫੇਕ ਲਗਾਏ ਗਏ ਨੇ। ਉਸ ਦੇ ਵਿੱਚ ਕੁਝ ਪੁਆਇੰਟਾਂ ਦੇ ਉੱਤੇ ਮੈਂ ਤੁਹਾਨੂੰ ਡਿਸਕਸ ਕਰਨਾ ਚਾਹੁੰਦਾ ਵਾ। ਪਹਿਲੀ ਗੱਲ ਤਾਂ ਇਸ ਇੰਡਸਟਰੀ ਦੇ ਵਿੱਚ ਫਰੋਡ ਜਾਂ ਰੋਂਗ ਡਾਟਾ ਇੰਟਰਪ੍ਰੀਟੇਸ਼ਨ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਉਸ ਦਾ ਰੀਜ਼ਨ ਕੀ ਆ ਵੀ ਮੰਨ ਲਓ ਮੈਂ ਇੱਕ ਬਹੁਤ ਵੱਡਾ ਏਜੰਟ ਆ ਜਾਂ ਕੋਈ ਹੋਰ ਬਹੁਤ ਵੱਡਾ ਏਜੰਟ ਆ, ਉਹਦਾ ਮੰਥਲੀ ਉਹਦਾ 4 ਜਾਂ 500 ਵੀਜ਼ਾ ਲਗਾਉਂਦਾ ਵਾ, ਉਸ ਦੇ ਵਿੱਚ ਉਹਨੂੰ 40 ਵੀਜ਼ਾਸ ਆਉਂਦੇ ਨੇ, ਤਾਂ ਇਸ ਦਾ ਮਤਲਬ ਕੀ ਉਹਦਾ ਸਕਸੈਸ ਰੇਸ਼ੋ ਸਿਰਫ ਔਰ ਸਿਰਫ 10% ਆ। ਤਾਂ ਉਹ ਨਾ ਤਾਂ ਕੋਈ ਇਮੀਗ੍ਰੇਸ਼ਨ ਉਸ ਨੂੰ ਡਿਸਕਲੋਜ਼ ਕਰਦਾ ਵਾ ਜੀ,
ਠੀਕ ਹੈ ਜੀ, ਫਰਸਟ ਪੁਆਇੰਟ ਇਹ ਹੋ ਗਿਆ। ਸੈਕੰਡ ਕੀ ਹੈ, ਮੰਨ ਲਓ ਤੁਹਾਡੇ ਕੋਲ ਬੱਚਾ ਆਇਆ, ਬੱਚਾ ਆ ਕੇ ਇੱਥੇ ਇਹੀ ਗੱਲ ਕਹਿੰਦਾ ਵਾ ਵੀ ਏਜੰਟ ਨੂੰ ਜਦੋਂ ਵੀ ਡਾਕੂਮੈਂਟ ਦਿੱਤੇ ਵੀ ਤੁਸੀਂ ਸਾਰਾ ਕੁਝ ਆ ਵੀ ਤੁਸੀਂ ਇਹ ਵੀਜ਼ਾ ਲਗਾ ਦਿਓ, ਰਾਈਟ। ਉਸ ਦੇ ਵਿੱਚ ਇਸ਼ੂ ਕੀ ਹੈ, ਨਾ ਤਾਂ ਬੱਚਾ ਆਪਣੇ ਬੈਕਗ੍ਰਾਉਂਡ ਦੇ ਉੱਤੇ ਕੁਝ ਵਰਕ ਕਰਕੇ ਆਉਂਦਾ ਵਾ, ਵਰਕ ਲਾਈਕ ਦਾ ਮਤਲਬ ਕੀ ਹੈ ਉਸ ਨੂੰ ਕਿਸ ਸਟੇਟ ਦੇ ਵਿੱਚ ਜਾਣਾ ਵਾ, ਇਹਨੂੰ ਮੈਂ ਥੋੜਾ ਜਿਹਾ ਐਲੈਬੋਰੇਟ ਕਰਨਾ ਚਾਹੁੰਦਾ। ਲਾਈਕ ਮਤਲਬ ਜਦੋਂ ਬੱਚਾ ਇੰਡੀਆ ਦੇ ਵਿੱਚ ਹੁੰਦਾ ਵਾ, ਉਹ ਆਪਣੇ ਕੈਰੀਅਰ ਨੂੰ ਲੈ ਕੇ ਬਹੁਤ ਜ਼ਿਆਦਾ ਅਗਰੈਸ਼ਨ ਦੇ ਵਿੱਚ ਹੁੰਦਾ ਵਾ। ਜਦੋਂ ਉਸ ਬੱਚੇ ਨੇ ਬਾਹਰ ਜਾਣਾ ਹੁੰਦਾ ਵਾ ਤਾਂ ਉਹ ਇਹ ਸੋਚਦਾ ਵੀ ਏਜੰਟ ਹੀ ਸਾਰਾ ਕੁਝ ਕਰੂਗਾ, ਠੀਕ ਹੈ ਨਾ। ਉਸ ਚੀਜ਼ ਦੇ ਉੱਤੇ ਉਹ ਮੇਨ ਫੋਕਸ ਉਹਦਾ ਬਾਹਰ ਜਾਣ ਦਾ ਹੁੰਦਾ ਵਾ, ਨਾ ਕਿ ਉਹਨੂੰ ਕੈਰੀਅਰ ਪਿੱਛੇ ਹੁੰਦਾ ਵਾ। ਤੇ ਉਸ ਦੇ ਵਿੱਚ ਉਹਨੂੰ ਬੱਚੇ ਨੂੰ ਕਰਨਾ ਕੀ ਚਾਹੀਦਾ ਵਾ, ਦੇਖੋ ਅੱਜ ਦੇ ਜਿਹੜਾ ਗੂਗਲ ਦੇ ਵਿੱਚ ਸਾਰਾ ਕੁਝ ਅਵੇਲੇਬਲ, ਗੂਗਲ ਦੇ ਉੱਤੇ ਆਪਣਾ ਕਾਲਜ ਰਿਸਰਚ ਕਰਨਾ ਚਾਹੀਦਾ ਉਹਨੂੰ ਵੀ ਮੈਂ ਕਿਸ ਲੋਕੇਸ਼ਨ ਤੇ ਜਾ ਰਿਹਾ ਵਾ, ਵੀ ਮੇਨ ਲੋਕੇਸ਼ਨ ਤੋਂ ਮੇਰਾ ਕਾਲਜ ਕਿੰਨੀ ਦੂਰ ਆ, ਠੀਕ ਹੈ ਜੀ, ਤੇ ਕੀ ਮੈਨੂੰ ਉੱਥੇ ਵਰਕ ਪਰਮਿਟ ਮਿਲੂਗਾ ਜਾਂ ਨਹੀਂ ਮਿਲੂਗਾ। ਤੇ ਥਰਡ ਚੀਜ਼ ਕੀ ਆ, ਮੇਨ ਰਿਫਿਊਜ਼ਲ ਦੇ ਰੀਜ਼ਨ ਕੀ ਨੇ, ਜਾਂ ਤਾਂ ਕੋਰਸ ਮਿਸਮੈਚ ਆ। ਮੰਨ ਲਓ ਮੈਂ ਇੱਕ ਸਾਇੰਸ ਸਟੂਡੈਂਟ ਆ, ਠੀਕ ਹੈ ਜੀ, ਤੇ ਮੈਨੂੰ ਇੱਕ ਮੈਡੀਕਲ ਜਾਂ ਆਰਟਸ ਦਾ ਸਬਜੈਕਟ ਦਿੱਤੇ ਗਏ, ਉਹ ਮੇਰੇ ਬੇਸਿਕ ਕੋਰਸ ਨਾਲੋਂ ਮਿਸਮੈਚ ਹੋ ਗਿਆ, ਠੀਕ ਹੈ ਜੀ। ਇੱਕ ਤਾਂ ਉਹ ਰਿਫਿਊਜ਼ਲ ਦਾ ਕਾਰਨ। ਸੈਕੰਡ ਕੀ ਹੈ ਜੀ, ਫਾਈਨੈਂਸ਼ੀਅਲ ਵੀਕਸ ਨੇ। ਫਾਈਨੈਂਸ਼ੀਅਲ ਵੀਕਸ ਦਾ ਮਤਲਬ ਕੀ ਹੈ, ਮੰਨ ਲਓ ਮੈਂ ਕੈਨੇਡਾ ਜਾਣਾ, ਉਹਨਾਂ ਦੇ ਮਦਰ ਫਾਦਰ ਨੇ ਅੱਜ ਤੱਕ ਕਦੇ ਆਈਟੀਆਰ ਨਹੀਂ ਭਰੀ ਹੁੰਦੀ, ਉਹ ਏਜੰਟ ਜਦੋਂ ਦੱਸਦਾ ਵਾ ਵੀ ਮੈਨੂੰ ਇੱਕ ਵੀ ਬੱਚੇ ਨੇ ਬਾਹਰ ਜਾਣਾ, ਤਾਂ ਉਸੇ ਦੌਰਾਨ ਹੀ ਉਸ ਦੀਆਂ ਆਈਟੀਆਰ ਤੇ ਉਸ ਦਾ ਬੈਂਕ ਦਾ ਬੈਲੈਂਸ ਖੜਾ ਕੀਤਾ ਜਾਂਦਾ ਵਾ, ਠੀਕ ਹੈ ਜੀ। ਉਹ ਇੱਕ ਨੈਗੇਟਿਵ ਪੁਆਇੰਟ ਆ, ਕਿਉਂਕਿ ਇਮੀਗ੍ਰੇਸ਼ਨ ਬੰਦੇ ਨੂੰ ਤਾਂ ਇਸ ਗੱਲ ਨਾਲ ਪਤਾ ਹੀ ਆ ਵੀ ਇਹਨਾਂ ਨੇ ਆਈਟੀਆਰ ਕਿੰਨੀ ਦੇਰ ਪੁਰਾਣੀ ਭਰੀ ਹੈ ਜਾਂ ਕਦੋਂ ਭਰੀ ਹੈ। ਸੈਕੰਡ ਪੁਆਇੰਟ ਇਹ ਹੋ ਗਿਆ, ਠੀਕ ਹੈ। ਥਰਡ ਕੀ ਹੋ ਗਿਆ, ਥਰਡ ਪੁਆਇੰਟ ਕੀ ਆ, ਉਹਨਾਂ ਦੇ ਜਿਹੜਾ ਆਇਲਸ ਦਾ ਸਕੋਰ ਆ ਉਹ ਪ੍ਰੋਪਰ ਤਰੀਕੇ ਨਾਲ ਪੂਰਾ ਨਹੀਂ ਹੁੰਦਾ। ਜਾਨੀ ਕਿ ਮਤਲਬ ਕੀ ਹੈ, ਮੰਨ ਲਓ ਜੇ ਇੱਕ +2 ਦਾ ਬੱਚਾ ਵਾ, ਉਸ ਲਈ ਇੱਕ ਸਬਜੈਕਟ ਤੋਂ 5.5 ਤੇ ਓਵਰਆਲ 6 ਬੈਂਡ ਹੋਣ ਤਾਂ ਉਹ ਐਪਲੀਕੇਬਲ ਹੈ। ਜੇ ਗ੍ਰੈਜੂਏਸ਼ਨ ਬੱਚਾ ਵਾ ਤਾਂ ਗ੍ਰੈਜੂਏਸ਼ਨ ਲਈ 6.5 ਨੋਟ ਲੈਸ ਦੈਨ 6 ਹੋਣੇ ਚਾਹੀਦੇ ਨੇ, ਠੀਕ ਹੈ ਜੀ। ਉਸ ਕੇਸਿਸ ਦੇ ਵਿੱਚ ਰਿਫਿਊਜ਼ਲ ਨਹੀਂ ਆਉਂਦੀ। ਥਰਡ ਕੀ ਹੈ, ਤੁਹਾਡੀ ਬੇਸਿਕ ਕੁਆਲੀਫਿਕੇਸ਼ਨ 10th ਹੋ ਗਈ, 12th ਹੋ ਗਈ, ਇਸ ਦੇ ਵਿੱਚ ਸਕੋਰ ਕੀ ਹੈ, ਨੰਬਰ ਕੀ ਆ, ਕੋਰ ਸਬਜੈਕਟ ਦੇ ਵਿੱਚ ਕੀ ਆ, ਨੰਬਰ ਕੀ ਆ। ਕੁਝ ਬੱਚੇ ਇਹ ਜਿਹੇ ਨੇ ਜਿਨ੍ਹਾਂ ਦੇ ਕੀ ਲੈਸ ਦੈਨ 50% ਤੋਂ ਨੰਬਰ ਨੀਚੇ ਨੇ ਉਹਨਾਂ ਦੇ ਕੋਰ ਸਬਜੈਕਟ ਦੇ ਵਿੱਚ, ਉਸ ਦੇ ਵਿੱਚ ਰਿਫਿਊਜ਼ਲ ਡੈਫੀਨਿਟਲੀ ਹੀ ਆਏਗੀ। ਜੀ ਇਹ 3-4 ਪੁਆਇੰਟ ਤਾਂ ਮੇਜਰ ਇਹ ਹੈਗੇ ਨੇ ਜੀ, ਰਾਈਟ। ਬਿਲਕੁਲ, ਮੈਂ ਨਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹੀ ਪੁੱਛਿਆ ਕਿ ਰਿਫਿਊਜ਼ਲ ਕਿਉਂ ਹੁੰਦੇ। ਇਸ ਸਵਾਲ ਨੂੰ ਪੁੱਛਣ ਦਾ ਰੀਜ਼ਨ ਇਹ ਸੀ ਕਿ ਜਦੋਂ ਵੀ ਆਪਾਂ ਸੋਚਦੇ ਹਾਂ ਕਿ ਯਾਰ ਮੈਂ ਵੀਜ਼ਾ ਅਪਲਾਈ ਕਰਨਾ ਹੈ, ਤਾਂ ਸਭ ਤੋਂ ਪਹਿਲਾ ਥਾਟ ਆਉਂਦਾ ਹੈ ਕਿ ਕਾਸ਼ ਮੇਰਾ ਵੀਜ਼ਾ ਲੱਗ ਜਾਏ। ਲੇਕਿਨ ਸੈਕੰਡ ਥਾਟ ਇਹ ਵੀ ਆਉਂਦਾ ਯਾਰ ਜੇ ਰਿਫਿਊਜ਼ਲ ਹੋ ਗਿਆ ਫਿਰ, ਤੇ ਜਦੋਂ ਇਹ ਥਾਟ ਆਉਂਦਾ ਨਾ ਯਾਰ ਜੇ ਰਿਫਿਊਜ਼ਲ ਹੋ ਗਿਆ ਫਿਰ ਆਪਾਂ ਸੋਚਦੇ ਹਾਂ, ਫਿਰ ਆਪਾਂ ਦੇਖਦੇ ਹਾਂ ਕੋਈ ਵਧੀਆ ਜੀ ਫੈਂਸੀ ਜੀ ਐਡਵਰਟਾਈਜ਼ਮੈਂਟ ਜਿੱਥੇ ਲਿਖਿਆ ਹੋਵੇ 100% ਸਕਸੈਸ ਰੇਟ। ਫਿਰ ਆਪਾਂ ਨਹੀਂ ਦੇਖਦੇ ਕਿ ਸਾਡੀ ਫਾਈਲ ਦੇ ਵਿੱਚ ਕੀ ਫਾਲਟ ਹੈ, ਆਪਾਂ ਨਹੀਂ ਦੇਖਦੇ ਕਿ ਆਪਾਂ ਕਿੱਥੇ ਸਟੈਂਡ ਕਰਦੇ ਹਾਂ, ਆਪਾਂ ਲੈ ਕੇ ਪੈਸੇ ਚੱਕ ਕੇ ਪੈਸੇ ਉੱਥੇ ਏਜੰਟ ਕੋਲ ਪਹੁੰਚ ਜਾਂਦੇ, ਆਪਾਂ ਉਮੀਦ ਕਰਦੇ ਕਿ ਸਿਰਫ ਏਜੰਟ ਜੋ ਹੈ ਉਹਦੀ 100% ਰੇਟ ਹੈ, ਇਹਦਾ ਮਤਲਬ ਉਹ ਮੈਨੂੰ ਵੀ ਪਾਸ ਕਰਾ ਹੀ ਦਊਗਾ। ਸੋ ਬੇਸਿਕ ਜੋ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਬੇਸਿਕ ਜੋ ਹੈ ਉਹ ਜਿਹੜਾ ਵੀਜ਼ਾ ਜੋ ਤੁਸੀਂ ਅਪਲਾਈ ਕਰਨਾ ਹੈ, ਤਾਂ ਵੀਜ਼ਾ ਅਪਲਾਈ ਕਰਦੇ ਵਕਤ ਤੁਹਾਡੀ ਫਾਈਲ ਕਿੰਨੀ ਸਟਰੋਂਗ ਹੈ ਉਹ ਡਿਸਾਈਡ ਕਰਦਾ। ਤੁਸੀਂ ਕਿਸ ਏਜੰਟ ਦੇ ਥਰੂ ਲਗਾ ਰਹੇ ਹੋ ਉਹ ਡਿਸਾਈਡ ਨਹੀਂ ਕਰਦਾ ਹੈ। ਮੇਨ ਚੀਜ਼ ਇਹ ਹੈ ਕਿ ਤੁਸੀਂ ਕਈ ਵਾਰ ਬਹੁਤ ਵੱਡੇ ਏਜੰਟਸ ਕੋਲ ਚਲੇ ਜਾਂਦੇ ਹੋ ਤੇ ਉੱਥੇ ਅਗਰ ਉਹ 100 ਬੰਦਿਆਂ ਵਿੱਚੋਂ 95 ਨੂੰ ਅਗਰ ਉਹ ਵੀਜ਼ਾ ਦੇ ਰਹੇ ਹੋ ਤਾਂ 5 ਬੰਦਿਆਂ ਦੇ ਨਾਲ ਕਿਤੇ ਨਾ ਕਿਤੇ ਫਰਾਡ ਵੀ ਹੋ ਰਿਹਾ ਹੈ, ਜਾਂ ਫਿਰ ਬਹੁਤ ਸਾਰੇ ਛੋਟੇ ਏਜੰਟਸ ਨੇ ਜੋ ਫਰਾਡ ਕਰ ਰਹੇ ਨੇ। ਲੇਕਿਨ ਅਗਰ ਕੋਈ ਤੁਹਾਡਾ ਲੋਕਲ ਏਜੰਟ ਹੈ ਜਿਹਨੂੰ ਤੁਸੀਂ ਜਾਣਦੇ ਹੋ ਜਾਂ ਜਿਹਨੂੰ ਤੁਹਾਡੇ ਰਿਸ਼ਤੇਦਾਰ ਜਾਣਦੇ ਨੇ, ਜੋ ਤੁਹਾਡੇ ਏਰੀਆ ਦੇ ਵਿੱਚ ਹੈ, ਉਸ ਤੇ ਤੁਸੀਂ ਡੈਫੀਨਿਟਲੀ ਟਰਸਟ ਕਰ ਸਕਦੇ ਹੋ, ਬਿਕੋਜ਼ ਉਹ ਲਾਇਬਿਲਿਟੀ ਜਿਹੜੇ ਉਸ ਏਜੰਟ ਦੇ ਉੱਪਰ ਹੁੰਦੀ ਹੈ। ਤੇ ਮੈਂ ਹੁਣ ਗੱਲ ਕਰ ਰਹੀ ਹਾਂ ਲੋਕਲ ਏਜੰਟਸ ਦੀ। ਲੋਕਲ ਏਜੰਟਸ ਬੇਸਿਕਲੀ ਆਪਾਂ ਦੇਖਦੇ ਹਾਂ ਕਿ ਜਿਹੜੇ ਛੋਟੇ ਸ਼ਹਿਰ ਹੁੰਦੇ ਨੇ ਜਾਂ ਫਿਰ ਜਿਹੜੇ ਰਿਮੋਟ ਏਰੀਆਜ਼ ਹੁੰਦੇ ਨੇ, ਬੇਸਿਕਲੀ ਉਹਦੇ ਵਿੱਚ ਕੁਝ ਇਮੀਗ੍ਰੇਸ਼ਨ ਕੰਪਨੀ ਹੁੰਦੀਆਂ ਨੇ, ਲੇਕਿਨ ਲੋਕਾਂ ਦੇ ਮਾਈਂਡ ਦੇ ਵਿੱਚ ਨਾ ਇੱਕ ਮਿਥ ਹੈ ਕਿ ਯਾਰ ਇਹਨੇ ਤਾਂ ਇੱਥੇ ਬਸ ਆਪਣੀ ਦੁਕਾਨ ਜੀ ਖੋਲੀ ਹੋਈ ਹੈ, ਇਹਦੇ ਤੋਂ ਕਿੱਥੇ ਵੀਜ਼ਾ ਆਣਾ ਹੈ। ਆਪਾਂ ਕਿਸੇ ਵੱਡੇ ਜੇ ਸ਼ਹਿਰ 'ਚ ਜਾਂਦੇ ਹਾਂ, ਵੱਡੀ ਜਿਹੀ ਐਡਵਰਟਾਈਜ਼ਮੈਂਟ ਵਾਲੇ ਕੋਲ ਜਾਂਦੇ ਹਾਂ, ਉੱਥੇ ਆਪਣਾ ਵੀਜ਼ਾ ਪੱਕਾ ਆ ਜਾਊਗਾ। ਤਾਂ ਇਹ ਜਿਹੜਾ ਮਿਥ ਹੈ ਨਾ, ਕਈ ਵਾਰ ਬਹੁਤ ਸਾਰੇ ਲੋਕਾਂ ਨਾਲ ਨਾ ਫਰਾਡ ਵੀ ਹੁੰਦਾ ਇਹਨਾਂ ਚੀਜ਼ਾਂ ਨਾਲ, ਕਿਉਂਕਿ ਜਦੋਂ ਤੁਹਾਨੂੰ ਕੋਈ ਕਾਲ ਆਉਂਦੀ ਹੈ ਕਿ ਏਦਾਂ ਤੁਹਾਡਾ ਵੀਜ਼ਾ ਆ ਜਾਏਗਾ ਜੀ, ਆਜੋ ਸਾਡੇ ਕੋਲ, ਜਿਵੇਂ ਕਈ ਵਾਰ ਸਾਨੂੰ ਐਡਵਰਟਾਈਜ਼ਮੈਂਟ ਕਾਲਸ ਆ ਰਹੀਆਂ ਨੇ ਕਿ ਤੁਸੀਂ ਆਜੋ ਆਪਣੇ ਪੈਸੇ ਲੈ ਕੇ, ਜਿਵੇਂ ਅੱਜ ਮੈਨੂੰ ਵੀ ਕਾਲ ਆਈ ਸੀ ਕਿ ਤੁਸੀਂ ਆਪਣੇ 3 ਲੱਖ ਰੁਪਏ ਲੈ ਕੇ ਆਓ, ਡਾਕੂਮੈਂਟ ਵੈਰੀਫਾਈ ਕਰਵਾਓ ਤੇ ਅਸੀਂ ਤੁਹਾਨੂੰ ਵੀਜ਼ਾ ਜਿਹੜਾ ਦੇ ਦਾਂਗੇ। ਤੇ ਜਿਹੜੇ ਲੋਕਲ ਏਜੰਟਸ ਹੁੰਦੇ ਨੇ, ਇਹਨਾਂ ਨੂੰ ਪਹਿਲੀ ਗੱਲ ਤਾਂ ਇਸ ਚੀਜ਼ ਨੂੰ ਲੈ ਕੇ ਕਾਫੀ ਸਫਰ ਵੀ ਕਰਨਾ ਪੈਂਦਾ ਹੈ। ਲੇਕਿਨ ਲੋਕਲ ਏਜੰਟਸ ਤੇ ਜਦੋਂ ਲੋਕ ਟਰਸਟ ਨਹੀਂ ਕਰਦੇ ਤਾਂ ਲਾਇਬਿਲਿਟੀ ਜਿਹੜੀ ਲੋਕਲ ਏਜੰਟਸ ਦੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਨੂੰ ਜਿਹੜੇ ਲੋਕਲ ਏਜੰਟਸ ਨੇ ਉਹਨਾਂ ਨੂੰ ਕਿਉਂ ਅਪਰੋਚ ਕਰਨਾ ਚਾਹੀਦਾ ਹੈ, ਕਿਉਂ ਲੋਕਾਂ ਨੂੰ ਉਹਨਾਂ ਕੋਲ ਜਾਣਾ ਚਾਹੀਦਾ ਹੈ, ਤੇ ਕੀ ਰੀਜ਼ਨ ਨੇ ਕਿ ਉੱਥੇ ਤੁਹਾਡਾ ਵੀਜ਼ਾ ਜ਼ਿਆਦਾ ਸਿਕਿਉਰ ਹੈ, ਤੁਹਾਡੇ ਪੈਸੇ ਜ਼ਿਆਦਾ ਸਿਕਿਉਰ ਹੈ? ਇਸ ਦੇ ਵਿੱਚ
ਇਸ ਦੇ ਵਿੱਚ 2-3 ਪੁਆਇੰਟਸ ਨੇ। ਲੋਕਲ ਏਜੰਟ ਦਾ ਤੁਹਾਨੂੰ ਬੈਨੀਫਿਟ ਕੀ ਆ? ਮੰਨ ਲਓ ਤੁਸੀਂ ਕਿਸੇ ਅਦਰ ਵੱਡੀ ਸਿਟੀਜ਼ ਦੇ ਵਿੱਚ ਜਾਂਦੇ ਹੋ ਤਾਂ ਵੱਡੀ ਸਿਟੀਜ਼ ਦੇ ਵਿੱਚ ਤੁਹਾਡੇ ਐਟ ਲੀਸਟ 4-5 ਵਿਜ਼ਿਟ ਹੋਣਗੀਆਂ, ਜਿਸ ਦੇ ਨਾਲ ਕੀ ਤੁਹਾਡੀ ਟਾਈਮ ਔਰ ਮਨੀ ਦੋਨੇ ਵੇਸਟੇਜ ਹੋਣਗੀਆਂ। ਐਗਜ਼ੈਕਟਲੀ। ਠੀਕ ਹੈ ਜੀ। ਸੈਕੰਡ ਚੀਜ਼ ਕੀ ਆ, ਜਿਹੜਾ ਲੋਕਲ ਏਜੰਟ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਇੰਟਰਕਨੈਕਟ ਮਿਲ ਜਾਏਗਾ, ਲਾਈਕ ਤੁਹਾਨੂੰ ਫਰੈਂਡ ਸਰਕਲ ਚ ਮਿਲ ਜਾਏਗਾ। ਠੀਕ ਹੈ ਜੀ। ਜਾਂ ਅਦਰ ਪਾਰਟ ਵੀ ਤੁਹਾਨੂੰ ਉਸ ਦੇ ਬਾਰੇ ਬੇਸਿਕਲੀ ਉਸ ਦੀ ਬੇਸਿਕ ਨੌਲੇਜ ਪਤਾ ਹੋਊਗੀ ਬੰਦਾ ਕਿਸ ਜਗ੍ਹਾ। ਠੀਕ ਹੈ ਨਾ। ਤੇ ਉਹ ਫਰੋਡ ਕਰਨ ਲੱਗੇ 100 ਵਾਰੀ ਸੋਚੂਗਾ ਵੀ ਮੈਂ ਇਸ ਲੋਕਲ ਏਰੀਆ ਦਾ ਬੰਦਾ ਵਾ, ਵੀ ਤਾਂ ਕਰਕੇ ਉਹ ਫਰੋਡ ਨਹੀਂ ਕਰੇਗਾ। ਵੱਡੇ ਏਜੰਟ ਨੇ ਉਹਨਾਂ ਕੋਲੇ ਜਿਹੜੇ ਮੇਨ ਯਾਨੀ ਕਿ ਮੇਨ ਓਨਰ ਨੇ, ਉਹ ਮੋਸਟ ਆਫ ਏਜੰਟ ਨੇ ਜਾਂ ਮੋਸਟ ਆਫ ਓਨਰ ਨੇ, ਉਹ ਇੰਡੀਆ ਦੇ ਵਿੱਚ ਬਿਲੋਂਗਿੰਗ ਕਰਦੇ, ਇੰਡੀਆ 'ਚ ਬੈਠਦੇ ਨਹੀਂ ਹੈਗੇ ਜੀ। ਉਹ ਆਊਟ ਆਫ ਇੰਡੀਆ ਬੈਠਦੇ ਨੇ। ਆਊਟ ਆਫ ਇੰਡੀਆ ਬੈਠਦੇ ਅਸੀਂ ਨੀਚੇ ਜਿੰਨੇ ਵੀ ਕੰਸਲਟੈਂਸੀ ਵਾਲੇ ਜਿੰਨੇ ਵੀ EMPLOYEE ਹਾਇਰ ਕੀਤੇ ਹੁੰਦੇ ਸਿਰਫ ਉਹੀ ਡੀਲ ਕਰਦੇ ਨੇ। ਜਿਹੜਾ ਮੇਨ ਓਨਰ ਆ ਉਹ ਅੱਜ ਤੱਕ ਮੇਰੇ ਹਿਸਾਬ ਸਿਰ ਬਹੁਤ ਹੀ ਘੱਟ ਬੰਦਿਆਂ ਨੂੰ ਮਿਲਦਾ ਵਾ। ਠੀਕ ਹੈ ਜੀ। ਉਸ ਦਾ ਰੀਜ਼ਨ ਕੀ ਆ ਵੀ ਉਸ ਦੇ ਕੋਲ ਉਹਨਾਂ ਟਾਈਮ ਹੀ ਨਹੀਂ ਹੈਗਾ, ਤੇ ਜਿਹੜੀ ਵੀ ਉਹਨੇ ਫਾਈਲ ਆ ਪ੍ਰੋਪਰ ਤਰੀਕੇ ਨਾਲ ਚੈੱਕ ਕਰਨੀ ਆ ਉਹ ਐਜ ਇੱਕ EMPLOYEE ਵਾਲੀ ਚੈੱਕ ਕਰਨੀ ਆ, ਨਾ ਕਿ ਇੱਕ ਓਨਰ ਨੇ। ਓਨਰ ਨੇ ਜਿਹੜੇ ਛੋਟੇ ਲੋਕਲ ਸ਼ਹਿਰਾਂ ਦੇ ਵਿੱਚ ਓਨਰ ਬੈਠੇ ਨੇ ਛੋਟੀ ਜਗ੍ਹਾ ਦੇ ਉੱਤੇ, ਉਹਨੇ ਉਹ ਫਾਈਲ ਨੂੰ ਚੰਗੀ ਤਰ੍ਹਾਂ ਰੀਡ ਕਰਨਾ, ਸਾਰਾ ਕੁਝ ਚੰਗੀ ਪ੍ਰੋਪਰ ਤਰੀਕੇ ਨਾਲ ਕਰਨਾ ਵਾ। ਤੇ ਸੈਕੰਡ ਚੀਜ਼ ਇਹ ਵੀ ਆ ਕਿ ਵੀਜ਼ਾ ਵਾ ਜਿਹੜਾ ਵੀਜ਼ਾ ਆਫੀਸਰ ਨੇ ਦੇਣਾ ਵਾ, ਨਾ ਕਿ ਏਜੰਟ ਨੇ ਦੇਣਾ ਵਾ। ਉੱਥੇ ਏਜੰਟ ਦੀ ਕੋਈ ਵੀ ਡਿਸਕ੍ਰਿਪਸ਼ਨ ਨਹੀਂ ਆਉਂਦੀ ਹੈਗੀ। ਰਾਈਟ ਇਹੀ ਹੈ ਜੀ। ਤੇ ਬਹੁਤ ਵਾਰ ਐਸਾ ਹੁੰਦਾ ਹੈ ਕਿ ਬੱਚੇ ਜਿਹੜੇ ਨੇ ਉਹ ਆਪਣੀ ਫਾਈਲ ਅਪਲਾਈ ਜਦੋਂ ਕਰਦੇ ਨੇ, ਚਾਹੇ ਉਹ ਸਟੱਡੀ ਵੀਜ਼ਾ ਲਈ ਅਪਲਾਈ ਕਰ ਰਹੇ ਆ, ਚਾਹੇ ਉਹ ਵਰਕ ਪਰਮਿਟ ਲਈ ਅਪਲਾਈ ਕਰ ਰਹੇ ਆ, ਲੇਕਿਨ ਰਿਫਿਊਜ਼ਲ ਆ ਜਾਂਦਾ ਹੈ। ਕਈ ਵਾਰ ਗੈਪ ਦਾ ਵੀ ਹੁੰਦਾ ਹੈ ਕਿ ਗੈਪ ਜਿਹੜਾ ਹੈ ਜਾਂ ਫਿਰ ਹੁਣ ਕੋਵਿਡ ਦੇ ਕਰਕੇ ਨਾ ਬਹੁਤ ਸਾਰੇ ਰੂਲਸ ਜਿਹੜੇ ਨੇ ਕੈਨੇਡਾ ਦੇ ਵਿੱਚ ਸਪੈਸ਼ਲੀ ਚੇਂਜ ਹੋ ਗਏ ਨੇ। ਕੈਨੇਡਾ ਨੋ ਡਾਊਟ ਬਹੁਤ ਜ਼ਿਆਦਾ ਜਿਹੜੀ ਸਕਸੈਸ ਰੇਟ ਹੈ ਵੀਜ਼ਾ ਦੀ ਹੈਗੀ ਹੈ, ਲੇਕਿਨ ਕੋਵਿਡ ਤੋਂ ਬਾਅਦ ਇਸ ਦੇ ਕੀ ਰੂਲਸ ਚੇਂਜ ਹੋਏ ਨੇ ਤੇ ਹੁਣ ਕੀ ਅਸਰ ਪਿਆ, ਤੇ ਹੁਣ ਅਗਰ ਕਿਸੇ ਨਵੇਂ ਬੱਚੇ ਨੇ ਆਪਣਾ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਉਸ ਲਈ ਕੀ ਪ੍ਰੋਪਰ ਪ੍ਰੋਸੈਸ ਹੈ? ਉਸ ਦੇ ਵਿੱਚ ਮੈਨੂੰ ਕੋਵਿਡ ਦੇ ਦੌਰਾਨ ਕੁਝ ਜ਼ਿਆਦਾ ਚੇਂਜਿੰਗ ਨਹੀਂ ਹੋਈ, ਛੋਟੀ ਚੇਂਜਿੰਗ ਹੋਈਆਂ ਨੇ ਜਿਨ੍ਹਾਂ ਨੂੰ ਆਪਾਂ ਮੱਦੇਨਜ਼ਰ ਰੱਖਦੇ ਹੋਏ ਆਪਾਂ ਉਹਨਾਂ ਨੂੰ ਅਪਲਾਈ ਕਰ ਸਕਦੇ ਹਾਂ। ਫਸਟ ਆਫ ਆਲ ਕੀ ਹੈ, ਜਿਹੜਾ ਕੋਵਿਡ ਦਾ ਪੀਰੀਅਡ ਸੀ, ਕੋਵਿਡ ਦੇ ਪੀਰੀਅਡ ਦੇ ਵਿੱਚ ਥੋੜੀ ਜਿਹੀ ਰਿਲੈਕਸੇਸ਼ਨ ਮਿਲੀ ਹੈ ਗੈਪ ਦੇ ਰਿਗਾਰਡਿੰਗ, ਕੀ ਗੈਪ ਅਸੈਪਟੇਬਲ ਹੋਇਆ ਥੋੜਾ ਜਿਹਾ ਜੀ। ਠੀਕ ਹੈ ਜੀ। ਸੈਕੰਡ ਕੀ ਹੈ, ਜਦੋਂ ਵੀ ਤੁਸੀਂ ਤੁਹਾਨੂੰ ਕੋਈ ਗੈਪ ਅਵੇਲੇਬਲ ਆ ਵੀ ਥੋੜੀ +2 ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕੁਝ ਗੈਪ ਆ, ਉਸ ਆਪਾਂ ਨੂੰ ਉਸ ਨੂੰ ਆਪਾਂ ਦੋ ਤਰੀਕੇ ਨਾਲ ਆਪਾਂ ਫਿਲ ਕਰ ਸਕਦੇ ਹਾਂ। ਫਸਟ ਆਫ ਆਲ ਕੀ ਹੈ, ਲਾਈਕ ਆਪਾਂ ਕੰਪਿਊਟਰ ਦੀ ਐਜੂਕੇਸ਼ਨ ਜਾਂ ਕੁਝ ਛੋਟਾ ਮੋਟਾ ਕੋਰਸ 6 ਮੰਥ ਦਾ ਕੋਰਸ ਜਾਂ 1 ਈਅਰ ਦਾ ਕੋਰਸ ਲੈ ਕੇ ਆਪਾਂ ਉਸ ਨੂੰ ਫਿਲ ਕਰ ਸਕਦੇ ਹਾਂ। ਉਦੋਂ ਸੈਕੰਡ ਕੀ ਆ ਕਿ ਤੁਸੀਂ ਟੈਂਪਰੇਰੀ ਕੁਝ ਵੀ ਉਹਨੂੰ ਜੋਬ ਕਰ ਸਕਦੇ ਹੋ। ਜੋਬ ਲਾਈਕ ਦਾ ਮਤਲਬ ਕੀ ਆ, ਉਹ ਜੋਬ ਕਰਨੀ ਚਾਹੀਦੀ ਹੈ ਜਿਸ ਦੇ ਵਿੱਚ ਤੁਹਾਡੀ ਜਿਹੜੀ ਬੇਸਿਕ ਸੈਲਰੀ ਆ ਉਹ ਇਨ ਕਾਊਂਟ ਆਣੀ ਚਾਹੀਦੀ ਹੈ ਤੁਹਾਡੇ ਕੋਲ। ਉਸ ਦੇ ਨਾਲ ਤੁਹਾਡੇ ਇਹ ਪੁਆਇੰਟ ਬਹੁਤ ਜ਼ਿਆਦਾ ਇਨਕਰੀਜ਼ ਹੁੰਦੇ ਨੇ ਵੀ ਬੱਚਾ ਵਾਕਈ ਹੀ ਉਹ ਰੈਗੂਲਰ ਇੱਕ ਜੋਬ ਕਰ ਰਿਹਾ ਜੀ ਜੀ। ਤੇ ਜਿਸ ਤਰ੍ਹਾਂ ਹੁਣ ਲੋਕ ਸਟੱਡੀ ਵੀਜ਼ਾ ਤੇ ਤਾਂ ਨੋ ਡਾਊਟ ਬਹੁਤ ਸਾਰੇ ਬੱਚੇ ਨੇ ਜਿਹੜੇ ਅਪਲਾਈ ਕਰ ਰਹੇ ਨੇ, ਲੇਕਿਨ ਕਈ ਵਾਰ ਹੁੰਦਾ ਕਿ ਸਟੱਡੀ ਵੀਜ਼ਾ ਤੇ ਅਸੀਂ ਅਪਲਾਈ ਕਰਦੇ ਹਾਂ ਤੇ ਇੱਥੇ ਕੰਟਰੈਕਟ ਮੈਰਿਜ ਵੀ ਜਿਹੜੀਆਂ ਉਹ ਕਰਵਾ ਲੈਂਦੇ ਹਾਂ। ਤੇ ਵੀਜ਼ਾ ਜਿਹੜਾ ਜੋ ਬੰਦਾ ਵਿਆਹ ਕਰਵਾ ਕੇ ਆਲਰੇਡੀ ਜਾ ਚੁੱਕਾ ਹੈ, ਸਭ ਤੋਂ ਪਹਿਲਾਂ ਤਾਂ ਉਹਦਾ ਤਾਂ ਚਲੋ ਠੀਕ ਹੈ ਵੀਜ਼ਾ ਆ ਗਿਆ, ਦੈਟਸ ਅ ਸਕਸੈਸ। ਲੇਕਿਨ ਜੋ ਪਿੱਛੇ ਜੋ ਵੀਜ਼ੇ ਦੀ ਉਮੀਦ ਦੇ ਵਿੱਚ ਹੈ ਤਾਂ ਉਹਨਾਂ ਕੇਸਿਸ ਦੇ ਵਿੱਚ ਵੀ ਬਹੁਤ ਸਾਰਾ ਫਰਾਡ ਹੋ ਰਿਹਾ ਹੈ। ਲਾਈਕ ਉਹਨਾਂ ਕੇਸਿਸ ਤੇ ਵੀ ਆਪਾਂ ਹੁਣ ਰੀਸੈਂਟਲੀ ਜਿਵੇਂ ਇੱਕ ਦੇਖਿਆ ਸੀ ਕਿ ਜਿੱਥੇ ਇੱਕ ਮੁੰਡੇ ਨੇ ਸੁਸਾਈਡ ਕਰ ਲਈ ਸੀ ਕਿਉਂਕਿ ਉਹਦੇ ਘਰ ਵਾਲੇ ਉਹਦੇ ਤੇ ਚੀਟ ਕਰ ਰਹੀ ਸੀ। ਇਹ ਬਹੁਤ ਸਾਰੇ ਐਸੇ ਕੇਸਿਸ ਹੁੰਦੇ ਨੇ। ਤਾਂ ਜਿਹੜੇ ਕੰਟਰੈਕਟ ਮੈਰਿਜ ਵਾਲੇ ਵੀਜ਼ਾਸ ਹੁੰਦੇ ਨੇ, ਇਹਨਾਂ ਦੇ ਵਿੱਚ ਕੀ ਲੋਕਾਂ ਨੂੰ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ, ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਇਸ ਵਿੱਚ ਮੈਡਮ ਮੇਰੀ ਥਿੰਕਿੰਗ ਦੇ ਮੁਤਾਬਿਕ ਕੀ ਹੈ, ਕੰਟਰੈਕਟ ਮੈਰਿਜ ਕਰਨ ਤੋਂ ਪਹਿਲਾਂ ਮੰਨ ਲਓ ਕਿਸੇ ਵੀ ਬੇਸਿਕਲੀ ਕੰਟਰੈਕਟ ਮੈਰਿਜ ਕਿਉਂ ਕੀਤੀ ਜਾਂਦੀ ਹੈ? ਕੰਟਰੈਕਟ ਮੈਰਿਜ ਡਿਊ ਟੂ ਫਾਈਨੈਂਸ਼ੀਅਲ ਇਸ਼ੂ ਕਰਕੇ ਕੀਤੀ ਜਾਂਦੀ ਹੈ। ਠੀਕ ਹੈ ਜੀ। ਫਾਈਨੈਂਸ਼ੀਅਲ ਇਸ਼ੂ ਦਾ ਨੂੰ ਆਪਾਂ ਬਹੁਤ ਈਜ਼ੀਲੀ ਤਰੀਕੇ ਨਾਲ ਆਪਾਂ ਸੋਲਵ ਕਰ ਸਕਦੇ ਹਾਂ ਡਿਊ ਟੂ ਆਪਾਂ ਉਸ ਦੇ ਲੋਨ ਲੈ ਸਕਦੇ ਹਾਂ। ਅੱਜ ਦੀ ਡੇਟ ਗਵਰਨਮੈਂਟ ਤੁਹਾਨੂੰ ਲੋਨ ਪ੍ਰੋਵਾਈਡ ਕਰਾ ਰਹੀ ਹੈ ਪ੍ਰੋਪਰ ਤਰੀਕੇ ਨਾਲ, ਤੁਹਾਡੀ ITR ਪ੍ਰੋਪਰ ਤਰੀਕੇ ਨਾਲ ਫਿਲ ਕੀਤੀਆਂ ਹੋਣ। ਠੀਕ ਹੈ ਜੀ। ਤੇ ਬੈਂਕ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਤੁਹਾਡੀ ਫਾਈਨੈਂਸ਼ੀਅਲ ਸ਼ੋ ਕੀਤੇ ਹੋਣ ਤਾਂ ਤੁਹਾਨੂੰ ਈਜ਼ੀਲੀ ਲੋਨ ਅਵੇਲੇਬਲ ਆ। ਕੰਟਰੈਕਟ ਮੈਰਿਜ ਦੀ ਜਗ੍ਹਾ ਤੁਹਾਨੂੰ ਲੋਨ ਹੀ ਲੈ ਕੇ ਬੱਚੇ ਨੂੰ ਜਾਣਾ ਚਾਹੀਦਾ ਤਾਂ ਕਿ ਉਸ ਦੇ ਵਿੱਚ ਕੀ ਹੋ ਇੰਡੀਪੈਂਡੈਂਟਲੀ ਉਹ ਰਹਿ ਸਕਦਾ ਵਾ। ਜੀ ਜੀ ਜੀ। ਤੇ ਇੱਕ ਜਿਹੜਾ ਵਾ ਬੱਚਿਆਂ ਨੂੰ, ਕੁਝ ਬੱਚਿਆਂ ਨੂੰ ਇਹ ਵੀ ਹੁੰਦਾ ਕਿ ਯਾਰ ਮੇਰੇ ਤੋਂ ਪੜ੍ਹਾਈ ਨਹੀਂ ਹੁੰਦੀ, ਮੇਰੇ ਤੋਂ ਆਇਲਟਸ ਨਹੀਂ ਹੋ ਰਹੀ, ਤਾਂ ਐਸੇ ਬੱਚੇ ਫਰਾਡ ਦਾ ਸ਼ਿਕਾਰ ਜ਼ਿਆਦਾ ਹੁੰਦੇ ਹਨ ਕਿਉਂਕਿ ਕੁਝ ਇਮੀਗ੍ਰੇਸ਼ਨ ਕੰਪਨੀ ਨੇ ਜੋ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਕਿ ਅਸੀਂ ਬਿਨਾਂ ਆਇਲਟਸ ਤੋਂ ਤੁਹਾਨੂੰ ਜਿਹੜਾ ਹੈ ਬਾਹਰ ਭੇਜ ਦਵਾਂਗੇ, ਤੁਹਾਡਾ ਵਰਕ ਪਰਮਿਟ ਲਗਵਾ ਦਾਂਗੇ ਜਾਂ ਫਿਰ ਤੁਹਾਨੂੰ ਸਟੱਡੀ ਵੀਜ਼ਾ ਭੇਜ ਦਾਂਗੇ। ਬਹੁਤ ਸਾਰੇ ਉਹਨਾਂ ਕੋਲ ਕ੍ਰਾਈਟੇਰੀਆਸ ਹੁੰਦੇ ਨੇ। ਸੋ ਬਿਨਾਂ ਆਇਲਟਸ ਤੋਂ ਕਿ ਵਾਕਈ ਕਿਸੇ ਵੀ ਤਰੀਕੇ ਨਾਲ ਜਾ ਸਕਦਾ ਹੈ ਕੈਨੇਡਾ ਜਾਂ UK ਦੇ ਵਿੱਚ?
ਮੈਡਮ ਯੂਕੇ ਦੇ ਵਿੱਚ ਵਿਦਆਊਟ ਆਇਲਸ ਜਾ ਸਕਦੇ ਆ ਜੀ ਕੈਨੇਡਾ ਦੇ ਵਿੱਚ ਹਜੇ ਤੱਕ ਨਹੀਂ ਕੋਈ ਵੀ ਏਜ ਦੀ ਪ੍ਰੋਵੀਜ਼ਨ ਨਹੀਂ ਹੈਗੀ ਠੀਕ ਹੈ ਜੀ ਯੂਕੇ ਦੇ ਵਿੱਚ ਕੀ ਹੈ ਵੀ ਤੁਹਾਡਾ +2 ਜਾਂ ਗ੍ਰੈਜੂਏਸ਼ਨ ਹੈ ਜਿਹੜਾ ਇੰਗਲਿਸ਼ ਮੀਡੀਅਮ ਦੇ ਵਿੱਚ ਹੋਵੇ ਤਾਂ 85% ਪਲੱਸ ਨੰਬਰ ਹੋਣੇ ਚਾਹੀਦੇ ਨੇ ਇੰਗਲਿਸ਼ ਦੇ ਵਿੱਚ ਤਾਂ ਹੀ ਤੁਸੀਂ ਯੂਕੇ ਦੇ ਵਿੱਚ ਵਿਦਆਊਟ ਆਇਲਸ ਜਾ ਸਕਦੇ ਹੋ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਕੋਈ ਵੀ ਐਸ ਸੱਚ ਕੋਈ ਰੂਲ ਨਹੀਂ ਹੈ ਵੀ ਆਪਾਂ ਵਿਦਆਊਟ ਆਇਲਸ ਜਾ ਸਕਦੇ ਹੋਈਏ ਤੇ ਕੋਵਿਡ ਦੇ ਦੌਰਾਨ ਬਹੁਤ ਵੱਡੇ ਵੱਡੇ ਏਜੰਟਾਂ ਨੇ ਇਹ ਦਾਅਵਾ ਕਰਦੇ ਰਹੇ ਵੀ ਅਸੀਂ ਵਿਦਆਊਟ ਆਇਲਸ ਵੀ ਬੱਚਾ ਭੇਜ ਦਾਂਗੇ ਬਟ ਆਫਟਰ ਕੋਵਿਡ ਅਪਰੋਕਸੀਮੇਟਲੀ 2 ਇਅਰ ਹੋ ਗਿਆ ਹਜੇ ਤੱਕ ਉਸ ਦੇ ਉੱਤੇ ਕਿਸੇ ਵੀ ਵੱਡੇ ਏਜੰਟ ਦਾ ਕੋਈ ਜਵਾਬ ਨਹੀਂ ਹੈਗਾ ਕਿਉਂਕਿ ਹਜੇ ਤੱਕ ਉਹਨਾਂ ਦਾ ਕੋਈ ਵੀ ਇੱਕ ਵੀ ਕੇਸ ਮੇਰੇ ਮੁਤਾਬਕ ਨਹੀਂ ਲੱਗਿਆ ਹੈਗਾ ਵੀ ਜਿਹੜਾ ਕਿ ਵਿਦਆਊਟ ਆਇਲਸ ਲੱਗਿਆ ਹੋਵੇ ਠੀਕ ਹੈ ਵਿਦਆਊਟ ਆਇਲਸ ਦਾ ਕਹਿਣਾ ਆਸਾਨ ਆ ਕਿਉਂਕਿ ਅਸਲ ਦੇ ਵਿੱਚ ਉਸ ਦਾ ਰੀਜ਼ਨ ਕੀ ਆ ਮੰਨ ਲਓ 100 ਬੱਚਾ ਉਹਨਾਂ ਕੋਲ ਵਿਦਆਊਟ ਆਇਲਸ ਆ ਗਿਆ ਹਰ ਇੱਕ ਬੱਚੇ ਤੋਂ ਉਹਨਾਂ ਨੇ ਮਿਨੀਮਮ ਚਾਰਜ 50,000 ਜਾਂ 1 ਲੱਖ ਲਿੱਤਾ ਜਿਹੜਾ ਕਿ ਉਹਨਾਂ ਨੇ ਨੋਨ ਰਿਫੰਡੇਬਲ ਕਹਿ ਕੇ ਲਿੱਤਾ ਠੀਕ ਹੈ ਜੀ ਤੇ ਵੀਜ਼ਾ ਆ ਗਿਆ ਜੇ ਮੰਨ ਲਓ 100 ਦੇ ਵਿੱਚੋਂ ਇੱਕ ਵੀਜ਼ਾ ਆ ਵੀ ਗਿਆ ਕਿਸੇ ਕਾਰਨ ਇੱਕ ਵੀਜ਼ਾ ਵੀ ਆ ਗਿਆ ਤਾਂ ਉਹਨਾਂ ਨੇ ਉਸ ਨੂੰ ਹੀ ਹਾਈਲਾਈਟ ਕਰ ਕਰਕੇ ਸ਼ੋਰ ਮਚਾਈ ਜਾਣਾ ਵਾ ਤੇ ਬਾਕੀ ਜਿਹੜੇ 99 ਵੀਜ਼ਾ ਜਿਹੜੇ ਕਿ ਰਿਫਿਊਜ਼ ਹੋਏ ਨੇ ਉਹ ਤੁਸੀਂ ਇੱਕ ਮੋਟੀ ਕੈਲਕੂਲੇਸ਼ਨ ਵੀ ਲਗਾ ਲਓ ਜੇ ਇੱਕ ਔਨ ਐਂਡ ਐਵਰੇਜ ਆਪਾਂ 1 ਲੱਖ ਰੁਪਏ ਬੱਚੇ ਤੋਂ ਲਿੱਤਾ ਹੋਇਆ ਐਡਵਾਂਸ ਲਿੱਤਾ ਹੋਇਆ ਤਾਂ 99 ਲੱਖ ਰੁਪਇਆ ਉਸ ਏਜੰਟ ਨੂੰ ਬੈਠੇ ਬਿਠਾਏ ਮਿਲ ਗਿਆ ਜੀ ਉਹਦੀ ਕੋਈ ਸੁਣਵਾਈ ਨਹੀਂ ਹੈਗਾ ਉਹਨੂੰ ਕੋਈ ਪੁੱਛਣ ਨਹੀਂ ਆਉਂਦਾ ਹੈਗਾ ਕਿਉਂਕਿ ਉਹ ਪਹਿਲਾਂ ਹੀ ਕਹਿ ਕੇ ਚੱਲਦੇ ਨੇ ਵੀ ਨੋਨ ਰਿਫੰਡੇਬਲ ਆ ਵੀ ਵੀਜ਼ਾ ਆ ਗਿਆ ਤਾਂ ਠੀਕ ਆ ਨਹੀਂ ਆਇਆ ਤਾਂ ਨਹੀਂ ਰਾਈਟ ਤੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇੱਕ ਮੈਂਸ਼ਨ ਕੀਤਾ ਸੀ ਕਿ ਕਿਸ ਤਰ੍ਹਾਂ ਸਾਨੂੰ ਵੀ ਜਿਹੜੀਆਂ ਨੇ ਉਹ ਕਾਲਸ ਆਉਂਦੀਆਂ ਨੇ ਜਿੱਥੇ ਇਮੀਗ੍ਰੇਸ਼ਨ ਵਾਲੇ ਦਾਅਵਾ ਕਰਦੇ ਨੇ ਕਿ ਅਸੀਂ 2-3 ਲੱਖ ਦੇ ਵਿੱਚ ਤੁਹਾਡਾ ਵੀਜ਼ਾ ਦੇ ਰਹੇ ਹਾਂ ਜਾਂ ਫਿਰ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਵੀਜ਼ਾ ਦਵਾਂਗੇ ਪੇਮੈਂਟ ਬਾਅਦ ਚ ਕਰ ਦਿਓ ਜਾਂ ਬਹੁਤ ਸਾਰੇ ਦਾਅਵੇ ਜਿਹੜੇ ਨੇ ਹੁੰਦੇ ਨੇ ਕਈ ਵੱਖ-ਵੱਖ ਤਰੀਕੇ ਨਾਲ ਹੁੰਦੇ ਤਾਂ ਅਗਰ ਆਪਾਂ ਕੋਈ ਐਡਵਰਟਾਈਜ਼ਮੈਂਟ ਦੇਖਦੇ ਹਾਂ ਜਾਂ ਆਪਾਂ ਕੁਝ ਪੜ੍ਹਦੇ ਹਾਂ ਕੋਈ ਆਫਰ ਪੜ੍ਹਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਜੈਨੂਇਨ ਸਵਾਲ ਨੇ ਜੋ ਬੱਚਿਆਂ ਨੂੰ ਪੁੱਛਣੇ ਚਾਹੀਦੇ ਨੇ ਉਸ ਏਜੰਟ ਤੋਂ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ ਵਾਕਈ ਜੈਨੂਇਨ ਹੈ ਜਾਂ ਇੱਕ ਫਰਾਡ ਹੈ ਕਿਹੜੇ ਸਵਾਲ ਨੇ ਜੋ ਬੱਚਿਆਂ ਨੂੰ ਪੁੱਛਣੇ ਚਾਹੀਦੇ ਆ ਫਸਟ ਆਫ ਆਲ ਕੀ ਆ ਪਹਿਲੀ ਗੱਲ ਤਾਂ ਦੇਖੋ ਇੱਕ ਜਨਰਲ ਚੀਜ਼ ਕੀ ਆ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਕੈਨੇਡਾ 'ਚ ਜਾਣਾ ਵਾ ਜਾਂ ਯੂਕੇ 'ਚ ਜਾਣਾ ਵਾ ਉਹਦੀ ਇੱਕ ਮਿਨੀਮਮ ਫੀਸ ਆ ਜਿਹੜੀ ਸਟੱਡੀ ਵੀਜ਼ੇ ਦੀ ਜਿਹੜੀ ਫੀਸ ਆ ਉਹ ਗ੍ਰੇਟਰ ਦੈਨ 15 ਲੱਖ ਜੀ 15 ਲੱਖ ਤੋਂ ਉੱਤੇ ਆ ਤਾਂ ਮੈਨੂੰ ਇਹ ਦੱਸੋ ਵੀ ਆਪਾਂ ਉਸ ਚੀਜ਼ ਨੂੰ ਕਿਵੇਂ ਆਪਾਂ 3 ਲੱਖ ਜਾਂ 4 ਲੱਖ ਨਾਲ ਉਹਨੂੰ ਕੰਪੈਰੀਜ਼ਨ ਕਰ ਸਕਦੇ ਆਪਾਂ ਨੂੰ ਪੁੱਛਣਾ ਚਾਹੀਦਾ ਸੈਕੰਡ ਚੀਜ਼ ਕਿ ਜਦੋਂ ਵੀ ਤੁਸੀਂ ਕਿਸੇ ਵੀ ਏਜੰਟ ਕੋਲੇ ਜਾਂਦੇ ਹੋ ਕੋਈ ਵੀ ਏਜੰਟ ਜਿਹੜਾ ਕਿ ਚੰਗਾ ਏਜੰਟ ਆ ਜੈਨੂਅਲ ਆ ਉਹ ਕਦੇ ਵੀ ਸੋਤੋਂ ਕੈਸ਼ ਦੇ ਵਿੱਚ ਕੋਈ ਵੀ ਪੇਮੈਂਟ ਨਹੀਂ ਮੰਗੂਗਾ ਉਹ ਹਮੇਸ਼ਾ ਹੀ ਬਾਏ ਚੈੱਕ ਪੇਮੈਂਟ ਮੰਗੂਗਾ ਠੀਕ ਹੈ ਜੀ ਉਹਨੂੰ ਬਾਏ ਹੀ ਚੈੱਕ ਪੇਮੈਂਟ ਦੇਣੀ ਚਾਹੀਦੀ ਹੈ ਸੈਕੰਡ ਚੀਜ਼ ਕੀ ਆ ਜਿਹੜੀ ਪੇਮੈਂਟ ਹੁੰਦੀ ਆ ਜਾਂ ਤਾਂ ਕਾਲਜ ਨੂੰ ਜਾਂਦੀ ਆ ਜਾਂ ਫੋਰੈਕਸ ਡਿਪਾਰਟਮੈਂਟ ਦੇ ਥਰੂ ਉਹ ਕਾਲਜ ਨੂੰ ਜਾਊਗੀ ਤੇ ਲਾਈਕ ਮੈਂ ਤੁਹਾਨੂੰ ਕੈਨੇਡਾ ਦੱਸਾਂ ਕੈਨੇਡਾ ਦੇ ਵਿੱਚ ਕੀ ਹੈ GIC ਜਾਊਗੀ ਠੀਕ ਹੈ ਤਾਂ GIC ਲਾਈਕ ਇੱਕ FD ਹੋਗੀ ਉਹ ਵੀ ਤੁਹਾਡੇ ਅਕਾਊਂਟ ਦਾ ਓਪਨ ਹੋਊਗਾ ਤਾਂ ਉਸ ਦੇ ਵਿੱਚ ਜਾਊਗੀ ਠੀਕ ਹੈ ਜੀ ਤੁਹਾਨੂੰ ਇਹ ਚੀਜ਼ਾਂ ਬਾਰੇ ਪੁੱਛਣਾ ਚਾਹੀਦਾ ਵੀ ਮੇਰੀ ਪੇਮੈਂਟ ਆ ਵੀ ਕਦੋਂ ਜਾਊਗੀ ਸੈਕੰਡ ਚੀਜ਼ ਕੀ ਹੈ ਤੁਹਾਨੂੰ ਬੱਚੇ ਨੂੰ ਅੱਜ ਦੀ ਡੇਟ ਗੂਗਲ ਦੇ ਉੱਤੇ ਸਾਰਾ ਕੁਝ ਅਵੇਲੇਬਲ ਆ ਕੀ ਉਹਦਾ ਪ੍ਰੋਸੈਸ ਆ ਠੀਕ ਹੈ ਜੀ ਮੰਨ ਲਓ ਆਪਾਂ UK ਜਾਣਾ ਵਾ ਜਾਂ ਆਪਾਂ ਕੈਨੇਡਾ ਜਾਣਾ ਵਾ ਤਾਂ ਕੈਨੇਡਾ ਦੇ ਵਿੱਚ ਆਪਾਂ ਨੂੰ ਇੱਕ ਪ੍ਰੋਸੈਸ ਪਤਾ ਹੋਣਾ ਚਾਹੀਦਾ ਵਾ ਨਹੀਂ ਪਤਾ ਤਾਂ ਤੁਸੀਂ ਮੋਸਟ ਵੈਲਕਮ ਆ ਐਨੀ ਟਾਈਮ ਤੁਸੀਂ ਆ ਸਕਦੇ ਹੋ ਥਰਾਈਵ ਇਮੀਗ੍ਰੇਸ਼ਨ 'ਚ ਠੀਕ ਹੈ ਜੀ ਤੇ ਉਹਦਾ ਇੱਕ ਪ੍ਰੋਸੈਸ ਆ ਬਕਾਇਦਾ ਪ੍ਰੋਸੈਸ ਦੇ ਥਰੂ ਹੀ ਉਸਨੇ ਸਟੈਪ ਬਾਈ ਸਟੈਪ ਪੇਮੈਂਟ ਜਾਣੀ ਹੈ ਇਹ ਨਹੀਂ ਹੈਗਾ ਵੀ ਅੱਜ ਮੈਂ ਤੁਹਾਡੇ ਤੋਂ 20 ਲੱਖ ਰੁਪਏ ਫੜ ਲਿਆ ਤੇ ਅੱਜ ਹੀ ਸਾਰੀ ਪੇਮੈਂਟ ਇਕੱਠੀ ਚਲੀ ਜਾਣੀ ਠੀਕ ਹੈ ਸੈਕੰਡ ਇਹ ਆ ਤੇ ਥਰਡ ਕੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੇਰਾ ਕਾਲਜ ਕਿਹੜਾ ਵਾ ਠੀਕ ਹੈ ਜੀ ਕਾਲਜ ਕਿਹੜਾ ਵਾ ਤੇ ਕਾਲਜ ਦੀ ਐਕਚੁਅਲ ਦੇ ਵਿੱਚ ਫੀਸ ਕਿੰਨੀ ਹੈ ਉਸਦੀ ਠੀਕ ਹੈ ਜੀ ਇਹ 3-4 ਪੁਆਇੰਟਸ ਰਾਈਟ ਤੇ ਅਗਰ ਕੋਈ ਬੱਚਾ ਜਿਹੜਾ ਹੈ ਉਹ ਵੀਜ਼ਾ ਅਪਲਾਈ ਕਰਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਨਹੀਂ ਪਤਾ ਹੁੰਦੀ ਕਿ ਸਟੱਡੀ ਵੀਜ਼ਾ ਤੇ ਵਰਕ ਵੀਜ਼ਾ ਤੋਂ ਇਲਾਵਾ ਇੱਕ ਐਕਸਪ੍ਰੈਸ ਐਂਟਰੀ ਵੀ ਜਿਹੜੀ ਹੁੰਦੀ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤਾਂ ਮੈਂ ਚਾਹੂੰਗੀ ਕਿ ਤੁਸੀਂ ਇੱਕ ਵਾਰ ਇਲੈਬੋਰੇਟ ਕਰੋ ਕਿ ਐਗਜ਼ੈਕਟਲੀ ਐਕਸਪ੍ਰੈਸ ਐਂਟਰੀ ਹੁੰਦੀ ਕੀ ਹੈ ਕਿਸ ਤਰ੍ਹਾਂ ਉੱਤੇ ਅਪਲਾਈ ਕੀਤਾ ਜਾ ਸਕਦਾ ਹੈ ਤੇ ਕੀ ਰਿਕੁਆਇਰਮੈਂਟਸ ਹੁੰਦੀਆਂ ਮੈਡਮ ਦੋ ਪ੍ਰਕਾਰ ਦੀ ਐਂਟਰੀ ਹੁੰਦੀ ਹੈ ਇਸ ਦੇ ਵਿੱਚ ਇੱਕ ਤਾਂ ਐਕਸਪ੍ਰੈਸ ਐਂਟਰੀ ਹੋ ਗਈ ਇੱਕ ਪ੍ਰੋਵਿੰਸ ਨੋਮੀਨੇਸ਼ਨ ਯਾਨੀ ਕਿ PNP ਕਹਿੰਦੇ ਨੇ ਜੀ ਠੀਕ ਹੈ ਜੀ PNP ਦਾ ਮਤਲਬ ਕੀ ਹੋ ਗਿਆ ਯਾਨੀ ਕਿ ਆਪਾਂ ਨੂੰ ਸਟੇਟ ਕਹਿ ਲਓ ਜਾਂ ਪ੍ਰੋਵਿੰਸ ਨੂੰ ਕਹਿ ਲਓ ਪ੍ਰੋਵਿੰਸ ਨੇ ਆਪਾਂ ਨੂੰ ਨੋਮੀਨੇਟ ਕੀਤਾ ਲਾਈਕ ਵਰਕ ਪਰਮਿਟ ਲਈ ਆਪਾਂ ਨੂੰ ਨੋਮੀਨੇਟ ਕੀਤਾ ਠੀਕ ਹੈ ਜੀ ਐਕਸਪ੍ਰੈਸ ਐਂਟਰੀ ਦਾ ਮਤਲਬ ਕੀ ਹੋਇਆ ਐਕਸਪ੍ਰੈਸ ਐਂਟਰੀ ਮਤਲਬ ਤੁਸੀਂ ਥਰੂ ਕੈਨੇਡਾ ਦੇ ਵਿੱਚ ਕਿਤੇ ਵੀ ਲੀਵ ਕਰ ਸਕਦੇ ਹੋ ਰਹਿ ਸਕਦੇ ਹੋ ਠੀਕ ਹੈ ਜੀ ਪ੍ਰੋਵਿੰਸ ਨੋਮੀਨੇਸ਼ਨ ਮਤਲਬ ਕਿ ਤੁਹਾਨੂੰ ਉੱਥੇ ਪਾਰਟਿਕੂਲਰ ਪ੍ਰੋਵਿੰਸ ਦੇ ਵਿੱਚ 2 ਜਾਂ 3 ਇਅਰ ਦਾ ਬੌਂਡ ਹੁੰਦਾ ਵਾ ਤੁਹਾਨੂੰ ਉੱਥੇ ਰਹਿਣਾ ਹੀ ਪਊਗਾ ਠੀਕ ਹੈ ਜੀ ਇਸ ਦੇ ਵਿੱਚ ਹੁੰਦਾ ਕੀ ਆ ਤੁਹਾਡੇ ਕਿਹੜੇ ਆਇਲਸ ਉਹ ਜਨਰਲ ਦੇਣਾ ਪੈਂਦਾ ਵਾ ਠੀਕ ਹੈ ਜੀ ਤੇ ਸੈਕੰਡ ਚੀਜ਼ ਕੀ ਆ ਤੁਹਾਡਾ ਇਸ ਦੇ ਵਿੱਚ ਆਫਟਰ ਐਜੂਕੇਸ਼ਨ ਤੋਂ ਬਾਅਦ ਤੁਹਾਡਾ ਇੱਕ ਪਾਰਟਿਕੂਲਰ ਇੱਕ ਐਕਸਪੀਰੀਅੰਸ ਹੋਣਾ ਚਾਹੀਦਾ ਜੋਬ ਐਕਸਪੀਰੀਅੰਸ ਹੋਣਾ ਚਾਹੀਦਾ ਰੈਲੀਵੈਂਟ ਜੋਬ ਐਕਸਪੀਰੀਅੰਸ ਹੋਣਾ ਚਾਹੀਦਾ ਕੁਝ ਕੇਸਿਸ ਦੇ ਵਿੱਚ 2 ਇਅਰ ਆ ਕੁਝ ਦੇ ਵਿੱਚ 5 ਇਅਰ ਆ ਉਹਨੂੰ ਆਪਾਂ
ਇਸ ਤਰੀਕੇ ਨਾਲ ਵੀ ਕਹਿ ਦਿੰਦੇ ਆ ਵੀ ਤੁਹਾਡੀ ਜੋਬ ਆ ਜਿਹੜੀ ਇਨ ਡਿਮਾਂਡ ਦੇ ਵਿੱਚ ਆ ਉਸ ਪ੍ਰੋਵਿੰਸ ਦੇ ਵਿੱਚ ਜਾਂ ਉਸ ਏਰੀਆ ਦੇ ਵਿੱਚ, ਠੀਕ ਹੈ ਜੀ। ਤੇ ਜਦੋਂ ਤੁਹਾਡੇ ਉਹ ਪੁਆਇੰਟਸ ਕੈਲਕੂਲੇਟ ਕੀਤੇ ਜਾਂਦੇ ਨੇ, ਉਹਦਾ ਇੱਕ ਪ੍ਰੋਸੈਸ ਹੁੰਦਾ ਵਾ। ਜਦੋਂ ਪੁਆਇੰਟ ਕੈਲਕੂਲੇਟ ਹੁੰਦੇ ਨੇ, ਠੀਕ ਹੈ ਜੀ, ਉਸ ਦੇ ਵਿੱਚ ਸਾਰਾ ਕੁਝ ਕੈਲਕੂਲੇਟ ਹੁੰਦਾ ਵਾ। ਫਸਟ ਆਫ ਆਲ ਕੀ ਆ ਜੀ, ਉਸ ਦੇ ਵਿੱਚ ਤੁਹਾਡੇ ਦੇਖੇ ਜਾਂਦੇ ਨੇ ਆਈਐਲਟਸ ਦਾ ਸਕੋਰ ਕੀ ਆ, ਤੇ ਤੁਹਾਡੀ ਬੇਸਿਕ ਕੁਆਲੀਫਿਕੇਸ਼ਨ ਕੀ ਆ, ਤੇ ਤੁਹਾਡਾ ਐਕਸਪੀਰੀਅੰਸ ਕਿੰਨੀ, ਉਸ ਦਾ ਡਿਊਰੇਸ਼ਨ ਆ ਵੀ 3 ਈਅਰ ਆ ਜਾਂ 5 ਈਅਰ ਆ ਜਾਂ 10 ਈਅਰ ਆ, ਠੀਕ ਹੈ। ਉਹ ਸਾਰੀ ਪੁਆਇੰਟਸ ਨੂੰ ਕੈਲਕੂਲੇਟ ਕਰਕੇ ਇੱਕ ਪਾਰਟਿਕੂਲਰ ਪੁਆਇੰਟਸ ਬਣਾਏ ਜਾਂਦੇ ਨੇ। ਜੇ ਉਹ ਪੁਆਇੰਟਸ ਨੇ ਜਿਹੜੇ ਲੈਸ ਦੈਨ 400 ਤੋਂ ਨੀਚੇ ਰਹਿ ਜਾਂਦੇ ਨੇ ਤਾਂ ਉਹ ਪ੍ਰੋਵਿੰਸ ਨੋਮੀਨੇਸ਼ਨ ਨੂੰ ਪ੍ਰਮੋਟ ਹੋ ਜਾਂਦਾ ਵਾ। ਜੇ ਗ੍ਰੇਟਰ ਦੈਨ 450 ਤੋਂ ਉੱਤੇ ਹੋ ਜਾਂਦਾ ਤਾਂ ਐਕਸਪ੍ਰੈਸ ਐਂਟਰੀ ਲਈ ਨੋਮੀਨੇਟ ਹੋ ਜਾਂਦਾ। ਸੋ ਇਸ ਜ਼ਰੀਏ ਨਾਲ ਤੁਸੀਂ ਡਾਇਰੈਕਟ ਜਿਹੜੀ ਹੈ ਪੀਆਰ ਅਪਲਾਈ ਕਰ ਸਕਦੇ, ਪੀਆਰ ਈਡੀਐਸ ਦੇ ਵਿੱਚੋਂ ਹੀ ਬੈਠ ਕੇ ਆਪਾਂ ਈਜ਼ੀਲੀ ਅਪਲਾਈ ਕਰ ਸਕਦੇ। ਜੀ ਜ਼ਰੂਰ ਹੈ। ਤੇ ਮੈਂ ਇੰਨੇ ਸਵਾਲ ਤੁਹਾਡੇ ਤੋਂ ਤਾਂ ਹੀ ਪੁੱਛੇ ਤਾਂ ਕਿ ਲੋਕ ਜਿਹੜੇ ਨੇ ਉਹ ਕੰਸਲਟੈਂਟ ਕੋਲ ਜਾਣ ਤੋਂ ਪਹਿਲਾਂ ਸੋਚਦੇ ਨੇ। ਤੁਹਾਡਾ ਜਿਹੜਾ ਆਫਿਸ ਅਹਿਮਦਗੜ੍ਹ ਦੇ ਵਿੱਚ ਹੈ ਥ੍ਰਾਈਵ ਇਮੀਗ੍ਰੇਸ਼ਨ ਦੇ ਨਾਮ ਤੋਂ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਾਹੇ ਅਹਿਮਦਗੜ੍ਹ ਦੇ ਹੋਣ, ਚਾਹੇ ਆਸ-ਪਾਸ ਦੇ ਛੋਟੇ ਏਰੀਆਜ਼ ਦੇ ਹੋਣ, ਜਾਂ ਤੁਹਾਡੀ ਵੀ ਤੁਸੀਂ ਅਹਿਮਦਗੜ੍ਹ ਤੋਂ ਨਹੀਂ ਕਿਸੇ ਹੋਰ ਛੋਟੇ ਏਰੀਆ ਤੋਂ, ਤਾਂ ਤੁਸੀਂ ਮੋਸਟਲੀ ਸ਼ਹਿਰ ਦੇ ਵਿੱਚ ਜਾ ਕੇ ਜਿਹੜੇ ਹੈ ਆਪਣੇ ਪੈਸੇ ਜਿਹੜੇ ਉਹ ਵੇਸਟ ਕਰ ਲੈਂਦੇ ਹੋ। ਐਟਲੀਸਟ ਤੁਸੀਂ ਅਗਰ ਆਪਣੀ ਕੰਸਲਟੈਂਟ ਜੋ ਤੁਹਾਡਾ ਲੋਕਲ ਕੰਸਲਟੈਂਟ ਹੈ ਉਹਦੇ ਕੋਲ ਜਾਓ, ਐਟਲੀਸਟ ਉਹਦੇ ਤੋਂ ਸਵਾਲ ਕਰੋ, ਜੋ ਸਵਾਲ ਤੁਸੀਂ ਅੱਗੇ ਵੱਡੇ ਸ਼ਹਿਰ 'ਚ ਜਾ ਕੇ ਏਜੰਟ ਤੋਂ ਦੁਬਾਰਾ ਕਰ ਸਕਦੇ ਹੋ। ਲੇਕਿਨ ਫਰਸਟ ਪ੍ਰੈਫਰੈਂਸ ਜਿਹੜੀ ਉਹ ਤੁਹਾਡੀ ਲੋਕਲ ਏਜੰਟਸ ਦੀ ਜ਼ਰੂਰ ਹੋਣੀ ਚਾਹੀਦੀ ਹੈ। ਸੋ ਅਗਰ ਤੁਹਾਡੇ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਦੇ ਵਿੱਚ ਮਤਲਬ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਰਹਿੰਦਾ ਹੈ, ਤੇ ਸਕਸੈਸ ਰੇਟ, ਜਦੋਂ ਆਪਾਂ ਗੱਲ ਕਰਦੇ ਸਕਸੈਸ ਰੇਟ, ਤਾਂ ਸਕਸੈਸ ਰੇਟ ਕਿਸ ਅਕੋਰਡਿੰਗ ਕੈਲਕੂਲੇਟ ਕਰਦੇ ਹਾਂ? ਸਕਸੈਸ ਰੇਸ਼ੋ ਮੈਡਮ ਮੈਨੇ ਲਾਸਟ ਵੀ ਥੋੜੀ ਦੇਰ ਪਹਿਲਾਂ ਤੁਹਾਨੂੰ ਦੱਸਿਆ ਵੀ ਜਿੰਨੇ ਮੰਨ ਲਓ ਆਪਾਂ ਵੀਜ਼ੇ ਅਪਲਾਈ ਕੀਤੇ ਨੇ, ਠੀਕ ਹੈ, ਉਸ ਦੇ ਵਿੱਚੋਂ ਕਿੰਨੇ ਵੀਜ਼ੇ ਆਏ ਨੇ, ਕਿੰਨੇ ਰਿਫਿਊਜ਼ ਹੋਏ ਜੀ, ਤਾਂ ਇਟ ਮੀਨ ਉਹ ਸਕਸੈਸ ਰੇਸ਼ੋ ਮੰਨਣੀ ਚਾਹੀਦੀ ਹੈ। ਬੇਸਿਕਲੀ ਮੰਨ ਲਓ ਵੀ ਮੈਂ 400 ਵੀਜ਼ਾ ਲਾਇਆ ਵਾ, ਤਾਂ ਮੇਰੇ ਮੰਨ ਲਓ ਉਸ ਦੇ ਵਿੱਚੋਂ 300 ਵੀਜ਼ਾ ਆਏ ਨੇ, ਤਾਂ ਉਹ ਸਕਸੈਸ ਰੇਸ਼ੋ ਮੰਨੀ ਜਾਏਗੀ ਜੀ, ਠੀਕ ਹੈ ਜੀ। ਤੇ ਬਸ ਤੇ ਸਕਸੈਸ ਰੇਸ਼ੋ ਜਿਹੜੀ ਹੈ ਉਹ ਹਮੇਸ਼ਾ ਅਗਰ ਉਹਨਾਂ ਦੀ 100 ਵੀਜ਼ਾ ਲੱਗੇ ਨੇ ਔਰ ਉਹਨਾਂ ਦੇ ਵਿੱਚੋਂ ਅਗਰ 1 ਜਾਂ 2 ਵੀਜ਼ਾ ਜਿਹੜਾ ਅਪਰੂਵ ਹੋ ਗਿਆ ਔਰ ਬਾਕੀ ਜਿਹੜੇ ਨੇ ਰਿਫਿਊਜ਼ ਹੋ ਗਏ ਨੇ ਤੇ ਉਹ ਕਹਿ ਰਹੇ ਨੇ 100% ਸਕਸੈਸ ਰੇਟ ਹੈ, then it's completely a fake or fraud case। ਲੇਕਿਨ ਅਗਰ ਤੁਸੀਂ ਆਪਣੇ ਲੋਕਲ ਕੰਸਲਟੈਂਟ ਕੋਲ ਜਾਂਦੇ ਹੋ ਤਾਂ ਤੁਹਾਨੂੰ ਜਿਹੜੇ ਨੇ ਉਹ ਰਾਈਟ ਆਨਸਰਸ ਉਹ ਦੇ ਸਕਦੇ ਨੇ। ਸੋ ਅਗਰ ਤੁਸੀਂ ਅਹਿਮਦਗੜ੍ਹ ਜਾਂ ਉਸਦੇ ਆਸ-ਪਾਸ ਦੇ ਏਰੀਆ ਤੇ ਰਹਿੰਦੇ ਹੋ ਤਾਂ ਮੇਰੀ ਤਰ੍ਹਾਂ ਤੁਸੀਂ ਆ ਕੇ ਸਿਰਫ ਗੱਲਾਂ ਕਰਕੇ ਵੀ ਜਿਹੜੀ ਕੰਸਲਟੈਂਟ ਹੈ ਉਹ ਲੈ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਹਾਨੂੰ ਪਹਿਲਾਂ ਆਪਣੇ ਪੈਸੇ ਡਿਪੋਜ਼ਿਟ ਕਰਵਾਉਣੇ ਪੈਣਗੇ, ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ। ਸੋ ਅਗਰ ਤੁਸੀਂ ਬਾਹਰ ਜਾਣ ਦਾ, ਕੈਨੇਡਾ ਜਾਂ ਯੂਕੇ ਜਾਣ ਦਾ ਸੋਚ ਰਹੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇੱਕ ਵਧੀਆ ਕੰਸਲਟੈਂਟ ਜਿਹੜਾ ਉਹ ਮਿਲੇ, ਤਾਂ ਤੁਸੀਂ ਕਮਲ ਗਰਗ ਜੀ ਜੋ ਕਿ ਥ੍ਰਾਈਵ ਇਮੀਗ੍ਰੇਸ਼ਨ ਤੋਂ ਨੇ, ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਸਾਡੀ ਹੈਲਪਲਾਈਨ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ। ਤੇ ਸਾਡੇ ਅੱਜ ਦੇ ਇਸ ਸ਼ੋਅ ਦੇ ਵਿੱਚ ਇੰਨੀ ਚੰਗੇ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੀ ਨੌਲੇਜ ਸ਼ੇਅਰ ਕਰਨ ਦੇ ਲਈ ਥੈਂਕ ਯੂ ਸੋ ਮਚ ਕਮਲ ਗਰਗ ਜੀ। ਐਂਡ ਵੀ ਹੋਪ ਕਿ ਲੋਕੀ ਜਿਹੜੇ ਨੇ ਫਰਾਡਸ ਤੋਂ ਬਚਣ ਤੇ ਜੈਨੂਇਨ ਜਿਹੜੇ ਕੰਸਲਟੈਂਟ ਨੇ ਉਹਨਾਂ ਕੋਲ ਆਉਣ। ਸੋ ਅੱਜ ਦੇ ਇਸ ਇੰਟਰਵਿਊ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਾਂ, ਲੇਕਿਨ ਅਗਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਪੁੱਛ ਸਕਦੇ ਹੋ ਜਾਂ ਫਿਰ ਹੈਲਪਲਾਈਨ ਨੰਬਰ ਜਿਹੜੀ ਅਸੀਂ ਇੱਥੇ ਮੈਂਸ਼ਨ ਕੀਤੀ ਹੈ ਉਹਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਐਂਡ ਆਮ ਪੂਨਮ ਚੌਧਰੀ ਸਾਈਨਿੰਗ ਆਫ, ਬਟ ਟਿਲ ਦੈਨ ਸਟੇ ਟਿਊਨਡ ਵਿਦ ਅਸ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।